सो आज जो टॉपिक में कवर कर रहे हैं दैट इज योर वर्किंग ऑफ बायोस। ਲਾਸਟ ਟਾਈਮ ਤੁਹਾਡੇ ਨਾਲ ਬਾਇਓਸ ਦੇ ਕੰਟੈਕਸਟ ਦੇ ਵਿੱਚ ਗੱਲ ਕੀਤੀ ਸੀ ਐਂਡ ਦਿਸ ਬਾਇਓਸ ਇਜ਼ ਬੀਇੰਗ ਰਿਕੁਆਇਰਡ ਕੰਪਿਊਟਰ ਦੇ ਸੈਟਅਪ ਦੇ ਲਈ। ਸਾਰਾ ਦਾ ਸਾਰਾ ਕੰਪਿਊਟਰ ਦਾ ਸੈਟਅਪ ਜਿਹੜਾ ਹੈ that is being stored in this particular BIOS। ਜਦੋਂ ਅਸੀਂ ਆਪਣਾ ਕੰਪਿਊਟਰ ਸਟਾਰਟ ਕਰਦੇ ਹਾਂ, ਸਟਾਰਟ ਮੀਨਸ ਜਦੋਂ ਅਸੀਂ ਸਵਿਚ ਔਨ ਕੀਤਾ, ਆਮ ਤੌਰ ਤੇ ਮੈਨੂਫੈਕਚਰਰ ਤੇ ਡਿਪੈਂਡ ਕਰਦਾ ਵੀ ਕੰਪਨੀ ਟੂ ਕੰਪਨੀ। ਉਸ ਕੰਪਨੀ 'ਚ ਲਿਖਿਆ ਹੁੰਦਾ ਪ੍ਰੈਸ ਡਿਲੀਟ ਟੂ ਐਂਟਰ ਸੈਟਅਪ। ਕੁਝ ਜਗ੍ਹਾ ਤੇ ਲਿਖਿਆ ਹੁੰਦਾ, ਜਿਹੜੇ ਸਾਡੇ ਕਾਲਜ ਦੇ ਕੰਪਿਊਟਰਸ ਹੈ ਉਹਨਾਂ ਤੇ ਲਿਖਿਆ ਹੋਇਆ ਪ੍ਰੈਸ F9 ਟੂ ਐਂਟਰ ਸੈਟਅਪ। ਮੈਂ ਸੈਟਅਪ ਦੀ ਗੱਲ ਕਰ ਰਿਹਾ। ਅਗਰ ਤੁਹਾਡੇ ਕੰਪਿਊਟਰ 'ਚ ਆਪਰੇਟਿੰਗ ਸਿਸਟਮ ਨਹੀਂ ਹੈ, ਬਿਲਕੁਲ ਬ੍ਰੈਂਡ ਨਿਊ ਅਸੈਂਬਲਡ ਕੰਪਿਊਟਰ ਹੈ, ਤੇ ਅਸੀਂ ਡਿਲੀਟ ਜਾਂ F9 ਜਾਂ ਉੱਥੇ ਸਪੈਸੀਫਾਈਡ ਹੁੰਦੀ, ਕੁਝ ਜਗ੍ਹਾ ਤੇ F2 ਹੁੰਦੀ ਹੈ, ਕੁਝ ਜਗ੍ਹਾ ਤੇ F4 ਹੁੰਦੀ ਹੈ। ਸਾਹਮਣੇ ਸਕਰੀਨ ਤੇ ਲਿਖਿਆ ਹੁੰਦਾ ਹੈ ਵੀ ਕਿਸ ਕੀ ਦੇ ਨਾਲ ਤੁਸੀਂ ਸੀਮੋਸ ਸੈਟਅਪ ਦੇ ਵਿੱਚ ਐਂਟਰ ਕਰ ਸਕਦੇ। ਔਰ ਉਸ ਸੈਟਅਪ ਦੇ ਵਿੱਚ ਕੀ ਅਵੇਲੇਬਲ ਹੁੰਦਾ ਹੈ? ਤੁਹਾਡੇ ਪੂਰੇ ਕੰਪਿਊਟਰ ਦੀ ਕਨਫਿਗਰੇਸ਼ਨ। ਕੰਪਿਊਟਰ ਨੇ ਜਦੋਂ ਤੁਹਾਡਾ ਕੰਪਿਊਟਰ ਔਨ ਹੋਏਗਾ, ਕੀ ਕੀ ਡਿਫਰੈਂਟ ਸਟੈਪਸ ਪਰਫਾਰਮ ਹੋਣੇ ਹੈ, ਦੇਅਰ ਆਫਟਰ ਉਹ ਕਿਸ ਹਾਰਡ ਡਿਸਕ ਤੋਂ ਬੂਟ ਹੋਏਗਾ। ਬੂਟਿੰਗ ਦਾ ਮਤਲਬ ਕਿਸ ਹਾਰਡ ਡਿਸਕ ਤੋਂ ਆਪਰੇਟਿੰਗ ਸਿਸਟਮ ਲੋਡ ਹੋਏਗਾ, ਇਹ ਵੀ ਉਸ ਬਾਇਓਸ ਦੇ ਵਿੱਚ ਸੈੱਟ ਕੀਤਾ ਜਾਂਦਾ ਹੈ। ਮੈਂ ਕੰਪਿਊਟਰ ਮੈਨੂਫੈਕਚਰ ਕਰ ਰਿਹਾ, ਕੰਪਿਊਟਰ ਮੇਰਾ ਬਣ ਕੇ ਤਿਆਰ ਹੋ ਗਿਆ, ਅਸੈਂਬਲ ਹੋ ਗਿਆ। ਉਹਨੂੰ ਕੰਪਿਊਟਰ ਦੇ ਵਿੱਚ ਹਾਰਡ ਡਿਸਕ ਤਾਂ ਖਾਲੀ ਹੈ, ਉਹਨਾਂ 'ਚ ਤਾਂ ਮੈਂ ਕੋਈ ਆਪਰੇਟਿੰਗ ਸਿਸਟਮ ਲੋਡ ਨਹੀਂ ਕੀਤਾ ਹੈ। ਉਸ ਆਪਰੇਟਿੰਗ ਸਿਸਟਮ ਨੂੰ ਲੋਡ ਕਰਨ ਲਈ ਮੈਂ ਮੇਰਾ ਡੀਵੀਡੀ ਡਰਾਈਵ ਦੇ ਵਿੱਚ ਇੱਕ ਆਪਰੇਟਿੰਗ ਸਿਸਟਮ ਦੀ ਡੀਵੀਡੀ ਪਾਉਂਗਾ ਔਰ ਮੈਂ ਉਸ ਤੋਂ ਬਾਅਦ ਕੰਪਿਊਟਰ ਨੂੰ ਔਨ ਕਰੂੰਗਾ। ਜਦੋਂ ਕੰਪਿਊਟਰ ਨੂੰ ਔਨ ਕੀਤਾ, ਸੀ ਡਰਾਈਵ ਦਾ ਹਾਰਡ ਡਿਸਕ ਹੈ ਨਹੀਂ, ਔਰ ਬਾਈ ਡਿਫਾਲਟ ਜਿਹੜਾ ਬਾਇਓਸ ਦਾ ਸੈਟਅਪ ਇਹੀ ਹੁੰਦਾ ਹੈ that ਸਭ ਤੋਂ ਪਹਿਲਾਂ ਸੀ ਡਰਾਈਵ ਨੂੰ ਸਰਚ ਕਰੋ। ਸੀ ਡਰਾਈਵ ਦੇ ਵਿੱਚ ਤੁਹਾਡਾ ਆਪਰੇਟਿੰਗ ਸਿਸਟਮ ਹੈ ਨਹੀਂ ਤੇ ਤੁਹਾਡਾ ਕੰਪਿਊਟਰ ਚੱਲੇਗਾ ਹੀ ਨਹੀਂ। ਸੋ ਟੂ ਐਟ that point of time, ਤੁਸੀਂ ਜਦੋਂ ਕੰਪਿਊਟਰ ਨੂੰ ਔਨ ਕਰਦੇ ਹੋ, ਪ੍ਰੈਸ ਡਿਲੀਟ ਜਾਂ F9 ਜਾਂ ਜੋ ਵੀ ਕੀ ਸਪੈਸੀਫਾਈਡ ਹੈ ਉਹਨੂੰ ਪ੍ਰੈਸ ਕਰਕੇ ਸੈਟਅਪ ਦੇ ਵਿੱਚ ਐਂਟਰ ਕਰ ਦਿਓ। ਸੈਟਅਪ ਦੇ ਵਿੱਚ ਫਰਸਟ ਬੂਟ ਡਰਾਈਵ ਦੇ ਵਿੱਚ ਸੀ ਡਰਾਈਵ ਦੀ ਜਗ੍ਹਾ ਅਗਰ ਤੁਹਾਡੀ ਡੀਵੀਡੀ ਡਰਾਈਵ ਈ ਡਰਾਈਵ ਹੈ ਜਾਂ ਐਫ ਡਰਾਈਵ ਹੈ ਜਾਂ ਜੀ ਡਰਾਈਵ ਹੈ, ਉਸ ਨੂੰ ਬਸ ਫਰਸਟ ਬੂਟ ਡਰਾਈਵ ਬਣਾਓ। ਜਦੋਂ ਤੁਸੀਂ ਉਸ ਨੂੰ ਫਰਸਟ ਬੂਟ ਡਰਾਈਵ ਬਣਾਓਗੇ, ਉਸ ਤੋਂ ਬਾਅਦ ਉਸ ਨੂੰ ਸੇਵ ਕਰਕੇ ਐਕਸਿਟ ਕਰ ਦਿਓ। ਐਕਸਿਟ ਕਰੋਗੇ, ਦੇਅਰ ਆਫਟਰ ਤੁਹਾਡਾ ਜਿਹੜਾ ਕੰਪਿਊਟਰ ਹੈ ਉਹ ਆਪਰੇਟਿੰਗ ਸਿਸਟਮ ਨੂੰ ਫਾਈਂਡ ਕਰਨ ਲਈ ਪਹਿਲਾਂ ਡੀਵੀਡੀ ਡਰਾਈਵ 'ਚ ਜਾਏਗਾ। ਇਟ ਵੋਂਟ ਗੋ ਟੂ ਸੀ ਡਰਾਈਵ। And this specification is being stored in the CMOS setup, or a CMOS setup is a part of BIOS ਦਾ part ਹੈ। ਹੁਣ ਜਦੋਂ ਅਸੀਂ ਗੱਲ ਕਰਾਂਗੇ working of BIOS, when you turn on your computer, that BIOS does several things, और किस सीक्वेंस 'ਚ करदी है that is being specified over here। सब तो पहला it will check the CMOS setup for custom settings। custom settings means अगर ਅਸੀਂ ਕੋਈ setting change ਕੀਤੀ ਹੋਈ, normal sequence ਦੇ ਵਿੱਚ C drive ਤੋਂ ਹੀ boot ਹੋਣਾ ਹੈ। ਅਗਰ ਅਸੀਂ ਉਸ ਨੂੰ change ਕਰਤਾ ਹੈ, ਉਹ ਉਸ setting ਨੂੰ check ਕਰੇਗਾ ਸਭ ਤੋਂ ਪਹਿਲਾਂ। thereafter it will load the interrupt handlers and device drivers। ਇੰਟਰਪਟ ਹੈਂਡਲਰ, ਆਈ ਸਪੋਜ਼ ਇੰਟਰਪਟਸ ਤੁਸੀਂ ਉਹਦੇ ਵਿੱਚ ਪੜ੍ਹੇ ਹੋਵੋਗੇ ਮਾਈਕਰੋ ਪ੍ਰੋਸੈਸਰ ਦੇ ਵਿੱਚ। ਤੁਹਾਡੇ ਕੋਲ 5 ਟਾਈਪ ਦੇ ਇੰਟਰਪਟਸ ਹੋਗੇ। ਟ੍ਰੈਪ ਇਜ਼ देयर, RST 7.5, RST 6.5, RST 5.5 ਔਰ ਇੱਕ ਤੁਹਾਡਾ INTR।
ਐਂਡ ਆਈ ਮੈਂ ਹੀ ਸਪੋਜ਼ ਕਰਾਂਗਾ ਤੁਸੀਂ ਇੰਟਰਪਟਸ ਪੜ੍ਹੇ ਹੋਏ ਹੈ ਔਰ ਇੰਟਰਪਟਸ ਦੀ ਆਪਣੀ ਆਪਣੀ ਪ੍ਰਾਇੋਰਟੀ ਹੁੰਦੀ ਹੈ। ਜਿਹੜਾ ਟ੍ਰੈਪ ਇੰਟਰਪਟ ਹੈ that is having highest priority और ਤੁਹਾਡਾ INTR that is having a lowest priority। और interrupts क्यों यूज होंगे? Interrupts are being used to alter the normal working of the system। ਤੁਹਾਡੇ ਸਿਸਟਮ ਦੀ ਸਿਸਟਮ ਆਟੋਮੇਸ਼ਨ ਦੀ ਨੋਰਮਲ ਵਰਕਿੰਗ ਨੂੰ ਇੰਟਰਪਟ ਕਰਨਾ ਮੀਨਸ ਰੋਕਣ ਲਈ ਯੂਜ਼ ਕੀਤਾ ਜਾਂਦਾ। ਹੁਣ ਕੁਐਸਚਨ ਇੱਕ ਦਿਮਾਗ 'ਚ ਆਉਂਦਾ ਹੈ that ਕੰਪਿਊਟਰ ਚੱਲਦਾ ਪਿਆ ਜਾਂ ਸਾਡਾ ਪੂਰਾ ਕੋਈ ਆਟੋਮੇਟਿਡ ਸਿਸਟਮ ਹੈ ਉਹ ਚੱਲ ਰਿਹਾ ਹੈ, ਸਾਨੂੰ ਰੋਕਣ ਦੀ ਕੀ ਜ਼ਰੂਰਤ ਪੈਂਦੀ? Why these interrupts are being needed? And I hope ਸ਼ਾਇਦ ਤੁਹਾਨੂੰ ਇਹ ਚੀਜ਼ਾਂ ਦਾ ਆਈਡੀਆ ਹੋਊਗਾ। ਸਟਿਲ ਮੈਂ ਕੁਝ ਪੁਆਇੰਟਸ ਨੂੰ ਬਰੀਫ ਦੇ ਵਿੱਚ ਐਕਸਪਲੇਨ ਕਰੂੰਗਾ। ਮੈਂ ਬਹੁਤ ਡਿਟੇਲ 'ਚ ਇੰਟਰਪਟਸ ਨਹੀਂ ਲੈਣੇ। ਐਂਡ ਇਸ ਸਬਜੈਕਟ ਦੇ ਵਿੱਚ ਕੰਪਿਊਟਰ ਪੈਰੀਫਿਰਲਸ ਐਂਡ ਇੰਟਰਫੇਸਿੰਗ ਦੇ ਵਿੱਚ ਜਿਹੜੇ ਇੰਟਰਪਟ ਹੈ ਉਹ ਇੰਟਰਪਟਸ ਦੇ ਆਰ ਰਿਲੇਟਡ ਵਿਦ ਬਾਇਓਸ। ਔਰ ਮੈਂ ਅੱਗੇ ਆਉਣ ਵਾਲੀਆਂ ਸਲਾਈਡਸ ਦੇ ਵਿੱਚ ਤੁਹਾਡੇ ਇੰਟਰਪਟਸ ਨੂੰ ਵੀ ਕਵਰ ਕਰੂੰਗਾ। ਬਟ ਇਸ ਸਬਜੈਕਟ ਦੇ ਵਿੱਚ ਇੰਟਰਪਟਸ ਉਹੀ ਹੈ that are related with the BIOS। लेकिन इन जनरल गल करिए that interrupts क्यों, ਜਿਹੜਾ ਸੈਕਿੰਡ ਪੁਆਇੰਟ ਇਹ ਕਹਿੰਦਾ ਹੈ ਵੀ that ਸਭ ਤੋਂ ਪਹਿਲਾਂ ਫਸਟ ਪੁਆਇੰਟ ਤੇ ਅਸੀਂ CMOS ਸੈਟਅਪ ਨੂੰ ਚੈੱਕ ਕਰਾਂਗੇ ਕਸਟਮ ਸੈਟਿੰਗ ਲਈ। ਸੈਕਿੰਡ ਪੁਆਇੰਟ ਦੇ ਵਿੱਚ ਲੋਡ ਦਾ ਇੰਟਰਪਟ ਹੈਂਡਲਰਸ। ਇੰਟਰਪਟ ਹੈਂਡਲਰਸ ਹੁੰਦੇ ਆ ਸੈਟ ਆਫ ਇਨਸਟਰਕਸ਼ਨਸ, ਇੰਟਰਪਟ ਹੈਂਡਲਿੰਗ ਰੂਟੀਨਸ। ਉਹ ਅਗਰ ਕੋਈ ਵੀ ਇੰਟਰਪਟ ਅਕਰ ਹੁੰਦਾ ਹੈ ਤਾਂ ਉਸਨੂੰ ਕਿਸ ਵੇ ਨਾਲ ਹੈਂਡਲ ਕਰਨਾ ਹੈ ਉਹਦੀਆਂ ਸੈਟ ਆਫ ਇਨਸਟਰਕਸ਼ਨਸ ਨੂੰ ਲੋਡ ਕੀਤਾ ਜਾਂਦਾ ਹੈ। ਔਰ ਡਿਵਾਈਸ ਡਰਾਈਵਰਸ ਮੈਂ ਲਾਸਟ ਟਾਈਮ ਵੀ ਗੱਲ ਕੀਤੀ ਸੀ, ਤੁਹਾਡੇ ਮੋਨੀਟਰ ਦਾ ਡਰਾਈਵਰ, ਤੁਹਾਡੇ ਮਾਊਸ ਦਾ ਡਰਾਈਵਰ, ਤੁਹਾਡੇ ਕੀਬੋਰਡ ਦਾ ਡਰਾਈਵਰ, ਜਿਹੜੇ ਕੀ ਤੁਹਾਡੇ ਬੇਸਿਕ ਡਰਾਈਵਰਸ। ਪ੍ਰਿੰਟਰ ਦਾ ਡਰਾਈਵਰ ਨਹੀਂ ਲੋਡ ਹੋਏਗਾ, ਸਕੈਨਰ ਦਾ ਡਰਾਈਵਰ ਨਹੀਂ ਲੋਡ ਹੋਏਗਾ, ਉਹ ਤੁਹਾਡੇ ਆਪਰੇਟਿੰਗ ਸਿਸਟਮ 'ਚ ਲੋਡਡ ਹੁੰਦੇ ਆ। ਬਾਇਓਸ ਦੇ ਵਿੱਚ ਇਹੀ ਬੇਸਿਕ ਡਿਵਾਈਸ ਡਰਾਈਵਰਸ ਕੀਬੋਰਡ, ਮਾਊਸ, ਮੋਨੀਟਰ ਲੋਡਡ ਹੁੰਦੇ। ਹੁਣ ਮੈਂ ਟਰਮ ਦੀ ਜਿਹੜੀ ਗੱਲ ਕਰ ਰਿਹਾ ਸੀਗਾ ਇੰਟਰਪਟਸ, ਕਿਉਂ ਇੰਟਰਪਟ ਯੂਜ਼ ਕੀਤੇ ਜਾਂਦੇ ਆ। ਮੈਂ ਇੱਕ ਬੜੀ ਕਾਮਨ ਜਿਹੀ ਐਗਜ਼ਾਮਪਲ ਲੈਂਦਾ। ਕੋਈ ਬਹੁਤ ਵੱਡਾ ਇੰਡਸਟਰੀਅਲ ਯੂਨਿਟ ਹੈ, ਉਸ ਇੰਡਸਟਰੀਅਲ ਯੂਨਿਟ ਨੂੰ ਟੋਟਲ ਆਟੋਮੇਟ ਕੀਤਾ ਹੈ। टोटल ऑटोमेट तो मैं एग्जांपल लवा, लेट सपोज कार मैन्युफैक्चरिंग हो रही है। कार मैन्युफैक्चरिंग की एक मैन्युफैक्चरिंग प्रोडक्शन लाइन चलती है, ठीक है। उस प्रोडक्शन लाइन दे विच की है एक ऑटोमेटेड सीट बेल्ट चलती भी है। और जी बेल्ट चलती है ना ਉਹਦੇ ਤੇ ਇੱਕ ਪ੍ਰੋਡਕਟ ਮੈਂ ਕਾਰ ਮੈਨੂਫੈਕਚਰਿੰਗ ਨੂੰ ਛੱਡੋ, ਆਈ ਲਿਵ ਇਟ ਕਾਰ ਮੈਨੂਫੈਕਚਰਿੰਗ ਉਹਦੀ ਗੱਲ ਨਹੀਂ ਮੈਂ ਕਰ ਰਿਹਾ। ਬਿਸਕਿਟਸ ਤਾਂ ਤੁਸੀਂ ਦੇਖੇ ਹੋਗੇ, ਬਿਸਕਿਟਸ ਦੀ ਪੈਕਿੰਗਸ, ਜਾਂ ਤੁਸੀਂ ਚਿਪਸ ਨਹੀਂ ਖਾਂਦੇ, चिप्स खाने हो, कुरकुरे खाने हो, चिप्स खाने हो, ਉਹਦੀ ਪੈਕਿੰਗ ਮੈਨੂਅਲ ਨਹੀਂ ਹੁੰਦੀ, ਉਹਦੀ ਪੈਕਿੰਗ ਆਟੋਮੇਟਿਡ ਪੈਕਿੰਗ ਹੁੰਦੀ। चिप्स बन के आ गए, एक स्पेसिफाइड अमाउंट ऑफ वेट अलग होएगा, और ਤੁਹਾਡਾ ਜਿਹੜਾ ਲਿਫਾਫਾ ਅਲੱਗ ਹੋਏਗਾ, चिप्स ਉਹ ਚ ਪਾਉਗੇ, ਪੈਕ ਸੀਲ ਹੋਊਗਾ, ਉਸ ਤੋਂ ਬਾਅਦ ਉਹ ਪ੍ਰੋਡਕਟ ਬਾਹਰ ਆ ਜਾਊਗਾ। दिस इज ऑल ऑटोमेटेड प्रोसीजर, ਇਹਦੇ ਵਿੱਚ ਕੋਈ ਮੈਨੂਅਲ ਇੰਟਰਵੈਂਸ਼ਨ ਨਹੀਂ ਹੈ। ਕੰਪਨੀ 'ਚ ਕੰਮ ਚੱਲਦਾ ਪਿਆ, ਪ੍ਰੋਡਕਸ਼ਨ ਚੱਲਦੀ ਪਈ ਹੈ, ਡਿਊ ਟੂ ਵਨ ਔਰ ਅਦਰ ਰੀਜ਼ਨਸ ਇੱਥੇ ਅੱਗ ਲੱਗ ਜਾਂਦੀ। ਡਿਊ ਟੂ ਵਨ ਔਰ ਅਦਰ ਰੀਜ਼ਨਸ ਕਿਸੇ ਜਗ੍ਹਾ ਤੇ ਅੱਗ ਲੱਗ ਜਾਂਦੀ ਹੈ। ਜਦੋਂ ਕੰਮ ਚੱਲਦਾ ਪਿਆ, ਸਿਸਟਮ ਆਟੋਮੈਟਿਡ ਕੰਟਰੋਲ ਹੈ, ਉਸ ਪੁਆਇੰਟ ਤੇ ਅਸੀਂ ਉੱਥੇ ਨਹੀਂ ਦੌੜਾਂਗੇ ਜਿੱਥੇ ਮੇਨ ਸਵਿਚ ਹੈ। ਕਿੰਨੇ ਕੁ ਮੇਨ ਸਵਿਚ ਹੋਊਗੇ ਕੰਪਨੀ 'ਚ? ਕੰਪਨੀ 'ਚ ਕਿੰਨੇ ਕੁ ਮੇਨ ਸਵਿਚ ਹੋਗੇ? ਕਈ ਮੇਨ ਸਵਿਚ ਹੋਣੇ। ਉਸ ਪਾਵਰ ਸਪਲਾਈ ਨੂੰ ਬੰਦ ਕਰਨ ਲਈ ਨਹੀਂ ਦੌੜਾਂਗੇ,
उस पॉइंट ते इंटरप्ट दा रोल आंदा है, that it will interrupt the whole system, पूरे ਦੇ पूरे सिस्टम ਨੂੰ ਹੀ ਰੋਕ ਦੇਗਾ। ਔਰ ਏਦਾਂ ਦੇ ਪੁਆਇੰਟ ਤੇ ਸਭ ਤੋਂ ਹਾਈਐਸਟ ਪ੍ਰਾਇੋਰਟੀ ਵਾਲਾ ਇੰਟਰਪਟ ਐਕਟਿਵ ਹੁੰਦਾ ਹੈ, that is your trap। ट्रैप इंटरप्ट ਦੇ ਐਕਟਿਵ ਹੋਣ ਦਾ ਮਤਲਬ ਹੈ ਇਸਨੇ ਪੂਰੇ ਸਿਸਟਮ ਤੋਂ ਪਾਵਰ ਸਪਲਾਈ ਹੀ ਕੱਟ ਕਰ ਦਿੱਤੀ। पावर सप्लाई कट करती, अदर पॉइंट जो लास्ट इंस्ट्रक्शन है या लास्ट डाटा जिन्ना भी है उसनू स्टोर भी करेगा। वो गल वखरी है, कल अग दे विच कंप्यूटर बचे ना बचे, बट इन केस बच जाता है, इन केस बहुत सीरियस अग नहीं लगती तो साडे को सारा सारा डाटा सेव्ड है। दिस इज व्हाट इंटरप्ट हैंडलिंग रूटीन इज। मैं एक पर्टिकुलर एग्जांपल दसी है, ऐदा दी बड़ियां ऑटोमेशन दी एग्जांपल्स हुंदियां हैं दैट कोई कंपनी च एमरजेंसी हो जाती है, उस पॉइंट ते एक पर्टिकुलर इंटरप्ट एक्टिव हुंदा है और वो पर्टिकुलर इंटरप्ट नू हैंडल करने लई एक सॉफ्टवेयर हुंदा, एक रूटीन हुंदा है और वो उसके अकॉर्डिंगली अपना फंक्शन करता है। होर मैं तुहानू एक कॉमन एग्जांपल दसां, मान लो असीं कोई जॉब कोई प्रोसेस कर रहे हैं प्रायोरिटी ते, लेकिन ऑल ऑफ अ सडन कोई कंप्यूटर नूं मैसेज आंदा है दैट ਇਹ ਕੰਮ ਹੁਣ ਜ਼ਿਆਦਾ अर्जेंट है। Then again interrupt is generated that stop the work that you are doing right now, उस काम ਨੂੰ रोक ਦਿਓ, ਇਹ ਜ਼ਿਆਦਾ प्रायोरिटी है, इसनू पहला प्रोसेस करो। This is what an interrupt is, altering the normal functioning of the computer और उन्ना इंटरप्ट्स ਨੂੰ हैंडल ਕਰਨ ਲਈ we have got interrupt handling routines। मैं एक होर कॉमन टाइप ਦਾ ਤੁਹਾਨੂੰ ਇੰਟਰਪਟ ਦੀ ਐਗਜ਼ਾਮਪਲ ਦੱਸਦਾ। ਅੱਜ ਦੀ ਡੇਟ 'ਚ ਨਾ ਕੰਪਿਊਟਰ ਸੌਫਟਵੇਅਰਸ ਬਹੁਤ ਹਾਈਲੀ ਕ੍ਰਿਟੀਕਲ ਐਪਲੀਕੇਸ਼ਨਸ ਦੇ ਵਿੱਚ ਯੂਜ਼ ਹੁੰਦੇ ਆ। ਮਤਲਬ ਪੁਰਾਣਾ ਜ਼ਮਾਨਾ ਸੀਗਾ ਜਦੋਂ ਅਸੀਂ ਬਹੁਤ ਜ਼ਿਆਦਾ ਕੰਪਿਊਟਰਸ ਨਹੀਂ ਯੂਜ਼ ਕਰਦੇ ਸੀਗੇ। ਅੱਜ ਦੀ ਡੇਟ ਦੇ ਵਿੱਚ ਕੰਪਿਊਟਰਸ ਬੜੀ ਕ੍ਰਿਟੀਕਲ ਐਪਲੀਕੇਸ਼ਨਸ ਦੇ ਵਿੱਚ ਯੂਜ਼ ਹੁੰਦੇ ਆ। ਤੁਸੀਂ ਪ੍ਰੋਗਰਾਮ ਬਣਾਇਆ ਜਾਂ ਕਿਸੇ ਸੌਫਟਵੇਅਰ ਡਿਵੈਲਪਰ ਨੇ ਪ੍ਰੋਗਰਾਮ ਬਣਾਇਆ, ਸਭ ਤੋਂ ਕਾਮਨ ਐਗਜ਼ਾਮਪਲ 에ਅਰਕ੍ਰਾਫਟ ਦੀ ਹੈ। दिल्ली तो मुंबई फ्लाइट चल रही है, फ्लाइट भी ऑटोमेटेड है, मैनुअल कंट्रोल घट होंदा, पायलट को हर चीज ऑटोमेटेड कंट्रोल होके मिलती है। किसे रीजन करके किसे प्रॉब्लम करके x डिवाइडेड बाय 0 आ गया उस प्रोग्राम च, x डिवाइडेड बाय 0, एनीथिंग डिवाइडेड बाय 0 इज इनफाइनाइट। ਤੁਹਾਡਾ ਉਹ ਸੌਫਟਵੇਅਰ ਉਹ ਪੂਰੇ 에ਅਰਕ੍ਰਾਫਟ ਆਪਰੇਟ ਕਰ ਰਿਹਾ, 에ਅਰਕ੍ਰਾਫਟ ਫਲਾਈ ਕਰਦਾ ਪਿਆ, ਕਿਸੇ ਰੀਜ਼ਨ ਕਰਕੇ डिवाइड बाय 0 एरर आ जाता है। डिवाइड बाय 0 ऐसा एरर ਹੁੰਦਾ ਵੀ ਤੁਹਾਡੇ ਪ੍ਰੋਗਰਾਮ ਨੂੰ ਹੈਂਗ ਕਰ ਦੇਗਾ, ਤੁਹਾਡੇ ਸੌਫਟਵੇਅਰ ਨੂੰ ਹੈਂਗ ਕਰ ਦੇਗਾ, ਤੁਹਾਡੀ ਮਸ਼ੀਨ ਨੂੰ ਹੈਂਗ ਕਰ ਦੇਗਾ। 200 ਪੈਸੇਂਜਰ ਟਰੈਵਲ ਕਰ ਰਿਹਾ ਹੈ, ਵਿੱਚ ਰਸਤੇ ਦੇ ਵਿੱਚ ਤੁਹਾਡੀ ਮਸ਼ੀਨ ਹੈਂਗ ਕਰ ਜੇ, ਤੁਹਾਡਾ ਸਕੂਟਰ, ਕਾਰ, ਟਰੱਕ, ਬੱਸ ਕਿਸੇ ਟਾਈਮ ਤੇ ਰੁਕ ਜਾਏ ਤਾਂ ਉਹਦੀ ਤਾਂ ਕੋਈ ਬਹੁਤ ਇਸ਼ੂ ਨਹੀਂ ਹੁੰਦਾ, ਅਸੀਂ ਸੜਕ ਤੇ ਖੜਾ ਕਰਕੇ ਬਾਅਦ ਚ ਮਕੈਨਿਕ ਨੂੰ ਬੁਲਾ ਲੈਂਦੇ ਹਾਂ। ਕੋਈ ਪਲੇਨ ਨੂੰ ਥੋੜੀ ਸੀ ਬਾਅਦ ਚ ਮਤਲਬ ਦਿੱਲੀ ਤੋਂ ਉੜਿਆ ਜੈਪੁਰ ਜਾ ਕੇ ਉਹ ਹੈਂਗ ਕਰ ਗਿਆ ਤਾਂ ਥੱਲੇ ਲਾ ਲਾਂਗੇ ਤੇ ਮਕੈਨਿਕ ਨੂੰ ਬੁਲਾ ਕੇ ਰਿਪੇਅਰ ਕਰਾ ਲਾਂਗੇ, ਏਦਾਂ ਤਾਂ ਨਹੀਂ ਹੈ। ਉਹ ਤਾਂ ਪਲੇਨ ਕ੍ਰੈਸ਼ ਕਰ ਜਾਏਗਾ, ਉਹ ਤਾਂ ਪਲੇਨ ਕ੍ਰੈਸ਼ ਕਰ ਜਾਏਗਾ। ਸੋ ਇਸ ਕਾइंड ਦੀ ਪ੍ਰੋਬਲਮਸ ਨੂੰ ਐਂਟੀਸਿਪੇਟ ਕਰਨ ਲਈ, ਐਂਟੀਸਿਪੇਟ ਕਰਕੇ ਇੱਕ ਅਗਰ ਏਦਾਂ ਦੀ ਕੋਈ ਪ੍ਰੋਬਲਮ ਆਂਦੀ ਹੈ then system will generate an interrupt और उस इंटरप्ट ਨੂੰ हैंडल ਕਰਨ ਲਈ ਪਾਰਟਿਕੂਲਰ ਸੌਫਟਵੇਅਰਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਇੰਟਰਪਟ ਹੈਂਡਲਿੰਗ ਸੌਫਟਵੇਅਰਸ ਕਹਿੰਦੇ ਹਾਂ। ਇੰਟਰਪਟ ਹੈਂਡਲਿੰਗ ਰੂਟੀਨਸ ਕਰਨੇ ਆ ਔਰ ਉਹ ਰੂਟੀਨਸ ਉਹਨਾਂ ਇੰਟਰਪਟ ਨੂੰ ਇਸ ਵੇ ਨਾਲ ਹੈਂਡਲ ਕਰਦੇ ਆ that ਉਹ ਤੁਹਾਡੇ ਸਿਸਟਮ ਨੂੰ ਹੈਂਗ ਨਹੀਂ ਕਰਦੇ। ਸੋ ਬਾਇਓਸ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਸਿਸਟਮ ਸੀਮੋ ਸੈਟਅਪ ਚੈੱਕਅਪ ਹੁੰਦਾ ਹੈ। ਨਾਓ ਕਮ ਟੂ ਦਾ ਪੁਆਇੰਟ, ਜਿਹੜਾ ਯੂਜ਼ੁਅਲ ਸੀਕੁਐਂਸ ਵਰਕਿੰਗ ਆਫ ਬਾਇਓਸ ਕੀ ਹੈ, check the CMOS setup for custom settings,
load the interrupt handlers and device drivers, then initialize registers microprocessor ਤੁਸੀਂ ਪੜ੍ਹੇ ਹੈ, ਚਾਹੇ ਤੁਹਾਡਾ accumulator ਹੈ, ਚਾਹੇ ਤੁਹਾਡਾ A ਰਜਿਸਟਰ B ਰਜਿਸਟਰ ਹੈ, ਚਾਹੇ ਤੁਹਾਡਾ HL ਪੇਅਰ ਹੈ, ਜਿਹੜਾ ਵੀ ਤੁਹਾਡੇ ਰਜਿਸਟਰਸ ਹੈ ਉਹਨਾਂ ਨੂੰ ਇਨੀਸ਼ੀਅਲਾਈਜ਼ ਕਰੇਗਾ ਔਰ ਪਾਵਰ ਮੈਨੇਜ ਕਰੇਗਾ। thereafter perform power on self test post। ਮੈਂ ਲਾਸਟ ਟਾਈਮ ਤੁਹਾਨੂੰ post ਦੇ ਕੰਟੈਕਸਟ ਗੱਲ ਡਿਸਕਸ ਕੀਤੀ ਸੀ। ਸਿਸਟਮ ਸੈਟਿੰਗਸ ਨੂੰ ਡਿਸਪਲੇ ਕਰੇਗਾ। it will determine which devices are bootable, C D E F या G, जो भी ड्राइव है ਜਿਹੜੀ bootable है, और ਉਸ ਤੋਂ ਬਾਅਦ ਉਸ ਆਪਰੇਟਿੰਗ ਸਿਸਟਮ ਨੂੰ ਲੋਡ ਕਰੇਗਾ ਔਰ ਵਿੰਡੋਜ਼ ਤੁਹਾਡੇ ਸਾਹਮਣੇ ਸਕਰੀਨ ਤੇ ਆਉਗੇ। This is the sequence, usual sequence of working of BIOS. Okay. Now next thing is, the first thing that BIOS does is check the information stored in a tiny RAM located on the CMOS chip। की इंफॉर्मेशन उस रैम स्टोर है, सब तो पहला BIOS यही चेक करेगा। The CMOS setup provides detailed information particular to your system। ਜਿਹੜੀ ਤੁਹਾਡੇ ਸਿਸਟਮ ਦੇ ਕੰਟੈਕਸਟ ਦੇ ਵਿੱਚ ਇਨਫੋਰਮੇਸ਼ਨ ਹੈ ਉਹ CMOS setup provide ਕरेगा और BIOS will use this information to supplement or to change the default programming language। This is ਇਹ ਤੁਹਾਡਾ sequence ਹੈ ਜਿਸ ਵੇ ਨਾਲ ਤੁਹਾਡੀ BIOS work ਕਰਦੀ ਹੈ ਔਰ BIOS ਤੁਹਾਡੀ RAM ਦੇ ਵਿੱਚ ਜਾਂ ROM ਦੇ ਵਿੱਚ ਚੈੱਕ ਕਰੇਗਾ। ਨੈਕਸਟ ਪੁਆਇੰਟ ਹੈ ਕਨਫਿਗਰਿੰਗ ਇਹ ਸਿਸਟਮ। ਅਸੀਂ ਇੱਕ ਸਿਸਟਮ ਨੂੰ ਕਨਫਿਗਰ ਕਿੱਦਾਂ ਕਰਦੇ ਹਾਂ। ਜਿਸ ਤਰ੍ਹਾਂ ਮੈਂ ਥੋੜੀ ਦੇਰ ਪਹਿਲਾਂ ਇਹ ਗੱਲ ਕੀਤੀ ਸੀ, ਜਦੋਂ ਅਸੀਂ ਕੰਪਿਊਟਰ ਔਨ ਕਰਦੇ ਹਾਂ, ਆਈਦਰ ਪ੍ਰੈਸ ਡਿਲੀਟ ਬਟਨ, F1 ਬਟਨ, F2 ਬਟਨ, Alt plus escape, Control Alt plus escape ਔਰ F9 ਬਟਨ, ਇਹਨਾਂ ਚੋਂ ਕੋਈ ਬਟਨ ਡਿਪੈਂਡ ਕਰਦਾ ਹੈ ਉਹ CMOS ਕਿਸ ਕੰਪਨੀ ਦੀ ਬਣੀ ਹੋਈ ਹੈ। ਉਹਨੇ ਆਪਣਾ ਸਪੈਸੀਫਿਕ ਬਟਨ ਤੁਹਾਨੂੰ ਉੱਥੇ ਲਿਖਿਆ ਹੋਣਾ, ਉਸ ਨੂੰ ਪ੍ਰੈਸ ਕਰੋ, then ਤੁਸੀਂ ਸੈਟਅਪ 'ਚ ਚਲ ਜਾਂਦੇ ਹੋ। ਔਰ ਸੈਟਅਪ ਕਿੱਦਾਂ ਦਾ ਹੁੰਦਾ ਹੈ, ਦਿਸ ਇਜ਼ ਦਾ ਸੈਟਅਪ। ब्लू कलर की स्क्रीन बनती है। स्टैंडर्ड CMOS सेटअप, BIOS फीचर्स, चिपसेट फीचर्स, पावर मैनेजमेंट सेटअप, PNP PCI configuration, load setup defaults, load BIOS defaults, integrated peripherals, password setting। password setting भी ਇੱਥੇ ਹੀ ਹੁੰਦੀ ਹੈ। supervisor and user password, IDD HDD auto detection। ਇਸ ਤੋਂ ਬਾਹਰ ਨਿਕਲਣ ਲਈ save and exit, ਔਰ exit without saving with save ਕੀਤੇ ਤੋਂ ਬਿਨਾ ਵੀ ਤੁਸੀਂ ਇੱਥੋਂ ਬਾਹਰ ਆ ਸਕਦੇ। ਆਪਸ਼ਨਸ ਕਿਹੜੀਆਂ ਅਵੇਲੇਬਲ ਹੈ, what are the different options ਜਿਹੜੀਆਂ ਸਿਸਟਮ ਦੀ ਕਨਫਿਗਰੇਸ਼ਨ ਚ ਅਵੇਲੇਬਲ ਹੈ। when you are configuring a particular system through BIOS, ਇਹ ਆਪਸ਼ਨ ਸਾਡੇ ਕੋਲ ਅਵੇਲੇਬਲ ਹੈ। ਫਸਟ ਇਜ਼ ਸਿਸਟਮ ਡੇਟ ਐਂਡ ਟਾਈਮ। ਸੈਟ ਦਾ ਸਿਸਟਮ ਡੇਟ ਐਂਡ ਟਾਈਮ ਨੂੰ ਸੈਟ ਕਰ ਸਕਦੇ ਹੋ, ਚੇਂਜ ਕਰ ਸਕਦੇ ਹੋ। ਅਸੀਂ ਸੈਟਅਪ ਦੇ ਵਿੱਚ ਸਿਸਟਮ ਦਾ ਡੇਟ ਐਂਡ ਟਾਈਮ ਵੀ ਚੇਂਜ ਕਰ ਸਕਦੇ ਹਾਂ। ਬੂਟ ਸੀਕੁਐਂਸ, किस ड्राइव ने पहला बूट होना है, C ने होना है, D ने होना है, E ने होना है, F ने होना है। प्लग एंड प्ले, प्लग एंड प्ले PNP ਨੂੰ ਕਿਹਾ ਜਾਂਦਾ, ਬਹੁਤ ਇੰਪੋਰਟੈਂਟ ਚੀਜ਼ ਹੈ। ਹੁਣ ਮੈਂ ਪਲਗ ਐਂਡ ਪਲੇ ਦੇ ਕੰਟੈਕਸਟ ਇੱਕ ਤੁਹਾਨੂੰ ਇੰਪੋਰਟੈਂਟ ਗੱਲ ਦੱਸਦਾ, ਕਿਉਂਕਿ ਤੁਸੀਂ ਜਿਹੜੇ ਸਟੂਡੈਂਟਸ ਹੋ ਤੁਸੀਂ ਨਾ ਬਹੁਤ ਪਲਗ ਐਂਡ ਪਲੇ ਬਾਰੇ ਇੰਨਾ ਤੁਸੀਂ ਇਹਨੂੰ ਯੂਜ਼ ਨਹੀਂ ਕੀਤਾ। ਅਸੀਂ ਯੂਜ਼ ਕੀਤਾ ਇਸ ਕਨਸੈਪਟ ਨੂੰ। ਅੱਜ ਤੋਂ 5-7 ਸਾਲ ਪਹਿਲਾਂ, 10 ਸਾਲ ਪਹਿਲਾਂ ਅਸੀਂ ਕੋਈ ਵੀ ਇੱਕ ਐਡ ਔਨ ਡਿਵਾਈਸ ਲਗਾਉਂਦੇ ਸੀ, ਚਾਹੇ ਕਾਰਡ ਲਗਾਉਂਦੇ ਸੀ, ਚਾਹੇ ਪ੍ਰਿੰਟਰ ਲਗਾਉਂਦੇ ਸੀ, ਜਾਂ ਸਕੈਨਰ ਲਗਾਉਂਦੇ ਸੀ, ਕੰਪਿਊਟਰ ਆਟੋਮੈਟਿਕਲੀ ਡਿਟੈਕਟ ਨਹੀਂ ਕਰਦਾ ਸੀ। ਲੇਕਿਨ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਡਿਵਾਈਸ ਅਸੀਂ ਕੰਪਿਊਟਰ ਦੇ ਨਾਲ ਅਟੈਚ ਕਰਦੇ ਹਾਂ, ਕੰਪਿਊਟਰ ਵਿਲ ਡਿਟੈਕਟ ਇਟ ਆਟੋਮੈਟਿਕਲੀ। ਇਹਨੂੰ ਅਸੀਂ ਕਹਿੰਦੇ ਆ ਪਲਗ ਐਂਡ ਪਲੇ। ਜਿੱਦਾਂ ਹੀ ਉਸ ਡਿਵਾਈਸ ਨੂੰ ਅਟੈਚ ਕੀਤਾ, ਉਸ ਵਕਤ ਉਹ ਡਿਵਾਈਸ ਦੇ ਡਰਾਈਵਰ ਇੰਸਟਾਲ ਹੋਣਾ ਸ਼ੁਰੂ ਹੋ ਗਿਆ।
this feature is available in nowadays computer, ਜਿਹੜਾ ਕਿ ਪੁਰਾਣੇ ਕੰਪਿਊਟਰ 'ਚ available ਨਹੀਂ ਸੀ। ਔਰ ਪਲੱਗ ਐਂਡ ਪਲੇ ਤੁਹਾਡੇ ਸੈਟਅਪ ਦੇ ਵਿੱਚ ਅਵੇਲੇਬਲ ਹੁੰਦਾ ਹੈ, ਵੀ ਤੁਸੀਂ ਇਸ ਫੀਚਰ ਨੂੰ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ। Is standard for auto detecting connecting devices। ਕੋਈ ਵੀ ਡਿਵਾਈਸ ਮੈਂ ਮੋਬਾਈਲ ਹੀ ਤੁਹਾਡੇ ਕੰਪਿਊਟਰ ਨਾਲ ਅਟੈਚ ਕਰਦਾ, ਤੁਹਾਡਾ ਕੰਪਿਊਟਰ ਆਟੋਮੈਟਿਕਲੀ ਡਿਟੈਕਟ ਕਰੇ ਜਾਂ ਕੋਈ ਸਕੈਨਰ ਲਗਾना है या कोई प्रिंटर लगाना है, that is being called plug and play। should be set to yes, plug and play ਤੇ yes ਹੀ ਹੋਣਾ ਚਾਹੀਦਾ। ਔਰ ਅਗਰ ਤੁਸੀਂ ਚਾਹੁੰਦੇ ਹੋ ਤੁਹਾਡੇ ਕੰਪਿਊਟਰ ਨਾਲ ਬੜਾ ਆਈਸੋਲੇਟਡ ਜਿਹਾ ਕੰਪਿਊਟਰ ਹੋਵੇ, ਇਹਦੇ ਨਾਲ ਕੋਈ ਡਿਵਾਈਸ ਅਟੈਚ ਨਾ ਹੋਵੇ, then ਤੁਸੀਂ plug and play ਨੂੰ ਵੀ ਕਰ ਸਕਦੇ ਹੋ। ਮਾਊਸ ਕੀਬੋਰਡ, enable numeric lock, enable keyboard, auto detect mouse, ਇਹ ਤੁਹਾਡੇ ਫੀਚਰ ਉਹਦੇ ਵਿੱਚ ਅਵੇਲੇਬਲ ਹੁੰਦੇ ਆ। ਡਰਾਈਵ ਕਨਫਿਗਰੇਸ਼ਨ, ਤੁਸੀਂ ਹਾਰਡ ਡਿਸਕ ਨੂੰ ਕਨਫਿਗਰ ਕਰ ਸਕਦੇ ਹੋ, CD ROM, DVD ROM। ਫਲੋਪੀ ਡਰਾਈਵ ਤਾਂ ਅੱਜਕੱਲ ਯੂਜ਼ ਨਹੀਂ ਹੁੰਦੇ, ਇਸ ਲਈ ਫਲੋਪੀ ਡਰਾਈਵ ਅੱਜਕੱਲ ਕਨਫਿਗਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਕੰਪਿਊਟਰ ਦੀ ਮੈਮਰੀ ਨੂੰ ਵੀ ਤੁਸੀਂ ਕਨਫਿਗਰ ਕਰ ਸਕਦੇ ਹੋ, ਡਾਇਰੈਕਟ the BIOS to shadow to a specific memory address। ਕੁਝ ਪਾਰਟਿਕੂਲਰ ਪੋਰਸ਼ਨ 'ਚ ਅਗਰ ਤੁਸੀਂ ਚਾਹੁੰਦੇ ਹੋ ਇਸੇ ਪੋਰਸ਼ਨ ਦੇ ਵਿੱਚ ਡਾਟਾ ਸਟੋਰ ਹੋਵੇ, ਦੈਨ ਅਸੀਂ ਮੈਮਰੀ ਨੂੰ ਕਨਫਿਗਰ ਕਰਦੇ ਹਾਂ ਔਰ ਬਾਇਸ ਨੂੰ ਇੰਸਟਰਕਟ ਕਰਦੇ ਹਾਂ ਵੀ ਉਸ ਲੋਕੇਸ਼ਨ ਤੇ ਜਾ ਕੇ ਹੀ ਡਾਟਾ ਸਟੋਰ ਹੋਵੇ, ਔਰ ਇਸ ਨੂੰ ਵੀ ਅਸੀਂ CMOS ਸੈਟਅਪ ਦੇ ਵਿੱਚ ਕਨਫਿਗਰ ਕਰ ਸਕਦੇ। ਮੈਂ ਲਾਸਟ ਸਲਾਈਡ ਤੁਹਾਨੂੰ ਦਿਖਾਇਆ ਸੀ ਪਾਸਵਰਡ, ਤੁਸੀਂ ਯੂਜ਼ਰ ਤੇ ਸੁਪਰਵਾਈਜ਼ਰੀ ਦੋਨੋਂ ਡਿਫਰੈਂਟ ਪਾਸਵਰਡਸ ਨੂੰ ਸੈਟਅਪ ਕਰ ਸਕਦੇ। ਹੁਣ ਮੈਨੂੰ ਡਿਫਰੈਂਸ ਨਹੀਂ ਪਤਾ ਲੱਗਾ ਯੂਜ਼ਰ ਪਾਸਵਰਡ ਕੀ ਹੈ, ਸੁਪਰਵਾਈਜ਼ਰੀ ਪਾਸਵਰਡ ਕੀ ਹੈ। ਇੱਕ ਪਾਸਵਰਡ ਉਹ ਹੁੰਦਾ ਹੈ ਜਦੋਂ ਅਸੀਂ ਕੰਪਿਊਟਰ ਔਨ ਹੁੰਦਾ ਹੈ, ਔਨ ਹੋਣ ਤੋਂ ਬਾਅਦ ਕੀ ਨਾਮ ਹੈ ਆਪਰੇਟਿੰਗ ਸਿਸਟਮ ਲੋਡ ਹੋਣ ਤੋਂ ਪਹਿਲਾਂ ਪਾਸਵਰਡ ਐਂਟਰ ਕਰੋਗੇ ਤਾਂ ਹੀ ਤੁਸੀਂ ਕੀ ਨਾਮ ਹੈ ਆਪਰੇਟਿੰਗ ਸਿਸਟਮ ਲੋਡ ਹੋਏਗਾ। ਦੂਸਰਾ ਪਾਸਵਰਡ ਉਹ ਹੁੰਦਾ ਹੈ ਵੀ ਤੁਹਾਡਾ ਸੈਟਅਪ ਨੂੰ ਵੀ ਐਂਟਰ ਕਰਨ ਲਈ ਪਾਸਵਰਡ ਲੱਗੇ। ਮੰਨ ਲਓ ਮੈਂ ਤੁਹਾਡੇ ਇੱਕ ਯੂਜ਼ਰ ਪਾਸਵਰਡ ਲਗਾਤਾ, ਉਸ ਯੂਜ਼ਰ ਪਾਸਵਰਡ ਨੂੰ ਮੈਂ ਇੱਕ ਬੜੀ ਸਿੰਪਲ ਜਿਹੀ ਐਗਜ਼ਾਮਪਲ ਆਉਂਦਾ, ਤੁਹਾਡੇ ਕੋਲ ਤੁਹਾਡਾ ਕੰਪਿਊਟਰ ਹੈ, ਤੁਸੀਂ ਉੱਥੇ ਪਾਸਵਰਡ ਲਗਾਇਆ, ਲੇਕਿਨ ਫਿਰ ਵੀ ਤੁਹਾਡੇ ਕੰਪਿਊਟਰ 'ਚੋਂ ਕੋਈ ਨਾ ਕੋਈ ਡਾਟਾ ਚੋਰੀ ਹੋ ਗਿਆ। ਕਿੱਦਾਂ ਚੋਰੀ ਹੋਇਆ? ਰੀਜ਼ਨ ਇਜ਼ ਦੈਟ ਤੁਸੀਂ ਕੰਪਿਊਟਰ ਤੇ ਪਾਸਵਰਡ ਲਗਾਇਆ, ਤੁਸੀਂ ਸੁਪਰਵਾਈਜ਼ਰੀ ਪਾਸਵਰਡ ਸੈਟਅਪ ਨੂੰ ਨਹੀਂ ਲਾਇਆ। ਜਿਹਨੂੰ ਪਾਸਵਰਡ ਤੋੜਨਾ ਆਉਂਦਾ ਹੈ ਉਹਨੇ ਤੁਹਾਡੇ ਯੂਜ਼ਰ ਪਾਸਵਰਡ ਤੋਂ ਪਹਿਲਾਂ ਤੁਹਾਡੇ ਸੈਟਅਪ 'ਚ ਵੜ ਜਾਣਾ, ਸੈਟਅਪ ਜਾ ਕੇ ਤੁਹਾਡਾ ਪਾਸਵਰਡ ਕਰ ਦੇਣਾ ਡਿਸੇਬਲ, तो यूजर पासवर्ड खत्म हो गया, यूजर पासवर्ड का कोई रोल ही नहीं दिया। सो अगर पासवर्ड लगाना तो ਤੁਹਾਡਾ यूजर पासवर्ड भी लगाओ, सुपरवाइजरी पासवर्ड भी लगाओ, ਤਾਂ ਹੀ ਤੁਹਾਡਾ ਸਿਸਟਮ ਥੋੜਾ ਸਿਕਿਉਰ ਹੋਏਗਾ। ਔਰ ਇਹ ਸੈਟਿੰਗ ਤੁਹਾਡੀ ਕਿਹਦੇ ਵਿੱਚ ਅਵੇਲੇਬਲ ਹੁੰਦੀ ਹੈ? that is being available in the CMOS setup। ਇਸ ਤੋਂ ਇਲਾਵਾ CMOS setup ਦੇ ਵਿੱਚ ਤੁਹਾਡੇ ਪਾਵਰ ਮੈਨੇਜਮੈਂਟ ਫੀਚਰਸ ਹੁੰਦੇ ਹੈ ਵੀ ਤੁਸੀਂ ਕੰਪਿਊਟਰ ਨੂੰ, ਮੈਂ ਆਪਣਾ ਲੈਪਟਾਪ ਤੇ ਮੈਂ ਇਸ ਟਾਈਮ ਤੁਹਾਨੂੰ ਲੈਕਚਰ ਲੈ ਰਿਹਾ, ਤੁਹਾਨੂੰ ਪੜ੍ਹਾ ਰਿਹਾ, ਮੈਂ ਹੁਣ ਇਸ ਟਾਈਮ ਲੈਪਟਾਪ ਨੂੰ ਚੱਲਦਾ ਛੱਡ ਕੇ 2 ਘੰਟੇ ਬਾਅਦ ਆਵਾਂ ਤਾਂ ਕੰਪਿਊਟਰ ਆਟੋਮੈਟਿਕਲੀ ਸਟੈਂਡ ਬਾਈ ਮੋਡ 'ਚ ਚੱਲ ਜਾਏ। ਜਿਸ ਨੂੰ ਤੁਸੀਂ ਦੇਖਦੇ ਹੋਵੋਗੇ 2 ਘੰਟੇ ਬਾਅਦ ਆ ਕੇ ਮੈਂ ਜਿੱਦਾਂ ਹੀ ਕੋਈ ਕੀ ਪ੍ਰੈਸ ਕਰੂੰਗਾ ਕੰਪਿਊਟਰ ਦੁਬਾਰਾ ਐਕਟਿਵ ਮੋਡ 'ਚ ਆ ਜਾਏ। ਦਿਸ ਇਜ਼ ਬੀਇੰਗ ਕਾਲਡ ਐਜ਼ ਪਾਵਰ ਮੈਨੇਜਮੈਂਟ। ਇੰਸਟੈਡ ਆਫ ਦੈਟ ਜੇ ਕੰਪਿਊਟਰ 2 ਘੰਟੇ ਚੱਲਦਾ ਹੀ ਰਹੇ, 2 ਘੰਟੇ ਸਕਰੀਨ ਚੱਲਦੀ ਹੀ ਰਹੇ, ਤਾਂ ਫालतू ਦੀ ਫਜ਼ੂਲ ਦੀ ਪਾਵਰ ਕੰਜ਼ਿਊਮ ਹੋਏਗੀ। ਸੋ ਇੰਸਟੈਡ ਆਫ ਸਵਿਚਿੰਗ ਆਫ ਦਾ ਲੈਪਟਾਪ, ਅਸੀਂ ਤੁਸੀਂ ਮੈਂ ਆਪਣੇ ਕਾਲਜ 'ਚ ਤੁਸੀਂ ਮੈਨੂੰ ਦੇਖਿਆ ਹੋਊਗਾ ਮੇਰਾ ਲੈਪਟਾਪ ਸਵੇਰ ਤੋਂ ਸ਼ਾਮ ਤੱਕ ਔਨ ਕਰਕੇ ਰੱਖਿਆ ਮੈਂ ਰੱਖਦਾ। ਇਹਦਾ ਮਤਲਬ ਔਨ ਦਾ ਮਤਲਬ ਇਹ ਨਹੀਂ ਸਾਰਾ ਟਾਈਮ ਔਨ ਹੀ ਰਹਿੰਦਾ। ਮੈਂ 2 3 4 ਘੰਟੇ ਬਾਅਦ ਜਦੋਂ ਮੈਂ ਕੋਈ ਕੀ ਪ੍ਰੈਸ ਕਰਾਂਗਾ ਉਸ ਟਾਈਮ ਲੈਪਟਾਪ ਦੀ ਲਾਈਟ ਦੁਬਾਰਾ ਚੱਲੇਗੀ। ਅਦਰਵਾਈਜ਼ ਮੇਰਾ ਲੈਪਟਾਪ ਸਲੀਪ ਮੋਡ ਦੇ ਵਿੱਚ ਜਾਂ ਸਸਪੈਂਡ ਮੋਡ ਦੇ ਵਿੱਚ ਚੱਲ ਜਾਂਦਾ ਹੈ ਐਂਡ ਇਟ ਸੇਵਸ ਦਾ ਲਾਈਟ। that is being called as the power management। और ਇਹ ਪਾਵਰ ਮੈਨੇਜਮੈਂਟ ਵੀ ਤੁਹਾਡਾ CMOS ਸੈਟਅਪ ਦਾ ਫੀਚਰ। ਐਂਡ ਦਾ ਲਾਸਟ ਆਪਸ਼ਨ ਜਿਹੜੀ CMOS ਸੈਟਅਪ ਦੇ ਵਿੱਚ ਅਵੇਲੇਬਲ ਹੁੰਦੀ ਐਕਸਿਟ। ਜੋ ਵੀ CMOS ਸੈਟਅਪ ਦੇ ਵਿੱਚ ਚੇਂਜਸ ਕੀਤੇ ਹੈ, ਅਗਰ ਤੁਸੀਂ ਉਹਨਾਂ ਨੂੰ ਸੇਵ ਕਰਨਾ ਚਾਹੁੰਦੇ ਹੋ then you can save those changes। ਔਰ ਅਗਰ ਤੁਸੀਂ ਚਾਹੁੰਦੇ ਹੋ ਉਹਨਾਂ ਚੇਂਜਸ ਨੂੰ ਸੇਵ ਨਹੀਂ ਕਰਨਾ
ਤਾਂ ਵਿਦਆਊਟ ਸੇਵਿੰਗ ਦੋਟ ਚੇਂजेस ਤੁਸੀਂ ਉਹਦੇ ਚੋਂ ਐਗਜ਼ਿਟ ਕਰ ਸਕਦੇ। With this, I stop my today's lecture.